ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਵਿੱਚ। ਅਤੇ ਅੱਜ ਆਪਾਂ ਟੋਪਿਕ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਜੀ ਫੰਡਾਮੈਂਟਲ ਰਾਈਟਸ। ਠੀਕ ਹੈ ਜੀ। ਫੰਡਾਮੈਂਟਲ ਰਾਈਟਸ, ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਫੰਡਾਮੈਂਟਲ ਰਾਈਟਸ ਕੀ ਹੁੰਦੇ ਨੇ। ਸਾਡੇ ਮੂਲ ਅਧਿਕਾਰ ਜਿਹੜੇ ਕਿ ਸੰਵਿਧਾਨ ਵੱਲੋਂ ਸਾਨੂੰ ਦਿੱਤੇ ਗਏ ਸੀਗੇ, ਕਿ ਫੰਡਾਮੈਂਟਲ ਰਾਈਟਸ ਜਿਹੜੇ ਕੌਂਸਟੀਟਿਊਸ਼ਨ ਵਿੱਚ ਇਨਵੋਲਵ ਕੀਤੇ ਗਏ ਹਨ, ਤਾਂ ਕਿ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਾੜਾ ਸਲੂਕ ਹੈ ਉਹ ਨਾ ਕੀਤਾ ਜਾ ਸਕੇ। ਠੀਕ ਹੈ ਜੀ। ਤਾਂ ਫਸਟ ਕੁਐਸਚਨ ਤੋਂ ਸ਼ੁਰੂ ਕਰਦੇ ਹਾਂ। ਵਿਚ ਪਾਰਟ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਇਜ਼ ਨੋਨ ਐਜ਼ ਦਾ ਮੈਗਨਾ ਕਾਰਟਾ ਆਫ ਇੰਡੀਆ। ਕਿ ਭਾਰਤੀ ਸੰਵਿਧਾਨ ਦਾ ਉਹ ਕਿਹੜਾ ਆਪਣਾ ਹਿੱਸਾ ਹੈ ਜਿਹਨੂੰ ਕਿ ਮੈਗਨਾ ਕਾਰਟਾ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਆਪਸ਼ਨ ਹੈ ਪਾਰਟ 1, ਪਾਰਟ 2, ਪਾਰਟ 3 ਜਾਂ ਫਿਰ ਪਾਰਟ 4। ਠੀਕ ਹੈ ਜੀ। ਪਾਰਟ 1, ਪਾਰਟ 2, ਪਾਰਟ 3 ਜਾਂ ਫਿਰ ਪਾਰਟ 4। ਠੀਕ ਹੈ। ਕਰੈਕਟ ਆਪਸ਼ਨ ਹੈ ਜੀ ਆਪਣੀ ਪਾਰਟ 3। ਕਰੈਕਟ ਆਪਸ਼ਨ ਪਾਰਟ 3 ਹੈ ਜੀ। ਮੈਗਨਾ ਕਾਰਟਾ ਆਫ ਇੰਡੀਆ, ਇਹ ਬਹੁਤ ਹੀ ਇੰਪੋਰਟੈਂਟ ਜਿਹੜਾ ਕੁਐਸਚਨ ਹੈ ਆਪਣਾ। ਠੀਕ ਹੈ ਜੀ। ਆਮ ਹੀ ਇਹ ਵੇਖਣ ਨੂੰ ਮਿਲ ਜਾਂਦਾ ਹੁੰਦਾ ਐਗਜ਼ਾਮੀਨੇਸ਼ਨ 'ਚ। ਠੀਕ ਹੈ ਜੀ। ਅਤੇ ਨੈਕਸਟ ਕੁਐਸਚਨ ਆ ਗਿਆ, ਸਟੇਟ ਲਿਸਟ ਕੰਟੇਨ। ਸਟੇਟ ਲਿਸਟ ਵਿੱਚ ਕਿੰਨੇ ਜਿਹੜੇ ਆਈਟਮਸ ਨੇ ਉਹਨੂੰ ਕੰਟੇਨ ਕੀਤਾ ਗਿਆ, ਇਨਵੋਲਵ ਕੀਤਾ 66। ਠੀਕ ਹੈ ਜੀ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਸਾਡੇ ਕੋਲ 3 ਤਰ੍ਹਾਂ ਦੀ ਜਿਹੜੀਆਂ ਲਿਸਟ ਹੁੰਦੀਆਂ ਹਨ। ਠੀਕ ਹੈ ਜੀ। ਸਾਰਿਆਂ ਨਾਲੋਂ ਪਹਿਲੇ ਨੰਬਰ 'ਤੇ ਆ ਜਾਂਦੀ ਹੈ ਆਪਣੀ ਯੂਨੀਅਨ ਲਿਸਟ। ਠੀਕ ਹੈ। ਸੈਕਿੰਡ ਨੰਬਰ 'ਤੇ ਆਪਣੀ ਸਟੇਟ ਲਿਸਟ, ਅਤੇ ਥਰਡ ਨੰਬਰ 'ਤੇ ਆ ਜਾਂਦੀ ਹੈ ਆਪਣੀ ਕਨਕਰੰਟ ਲਿਸਟ। ਠੀਕ ਹੈ। ਜਿਹੜੀ ਯੂਨੀਅਨ ਲਿਸਟ ਹੁੰਦੀ ਹੈ ਉਹਦੇ ਵਿੱਚ ਮਤਲਬ ਟੋਟਲ 97 ਜਿਹੜੇ ਨੇ ਆਈਟਮਸ ਨੂੰ ਇਨਵੋਲਵ ਕੀਤਾ ਗਿਆ। ਸਟੇਟ ਲਿਸਟ ਵਿੱਚ ਜਿਵੇਂ ਕਿ ਸਾਨੂੰ ਪਤਾ ਹੁਣੇ ਸੀ ਆਪਸ਼ਨ ਲਾਈ ਹੈ 66 ਜਿਹੜੀ ਆਈਟਮਸ ਨੇ ਉਹਨਾਂ ਨੂੰ ਇਨਵੋਲਵ ਕੀਤਾ ਗਿਆ। ਅਤੇ ਕਨਕਰੰਟ ਲਿਸਟ ਜਿਹੜੀ ਆ ਉਹਦੇ ਵਿੱਚ 47 ਆਈਟਮਸ ਨੂੰ ਲਿਸਟ ਕੀਤਾ ਗਿਆ। ਠੀਕ ਹੈ ਜੀ। ਤੋ ਅੱਗੇ ਵੱਧਦੇ ਹਾਂ ਥਰਡ ਕੁਐਸਚਨ ਵੱਲ। ਵਿਚ ਪਾਰਟ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਡਿਫਾਈਨ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਨੂੰ ਭਾਰਤੀ ਸੰਵਿਧਾਨ ਦਾ ਕਿਹੜਾ ਪਾਰਟ ਜਿਹੜਾ ਡਿਫਾਈਨ ਕਰਦਾ? ਪਾਰਟ 1, ਪਾਰਟ 2, ਪਾਰਟ 3 ਜਾਂ ਫਿਰ ਪਾਰਟ 4। ਤਾਂ ਕਰੈਕਟ ਆਪਸ਼ਨ ਹੈ ਜੀ ਪਾਰਟ 3। ਠੀਕ ਹੈ ਜੀ। ਕਰੈਕਟ ਆਪਸ਼ਨ ਕਿਹੜੀ ਹੈ? ਪਾਰਟ 3। ਇਹਦੇ ਫੰਡਾਮੈਂਟਲ ਰਾਈਟਸ ਦਿੱਤੇ ਗਏ। ਪਾਰਟ 2 ਵਿੱਚ ਆਪਣੇ ਸਿਟੀਜ਼ਨਸ਼ਿਪ ਦੇ ਰਿਗਾਰਡਿੰਗ ਦੱਸਿਆ ਗਿਆ। ਅਤੇ ਪਾਰਟ 4 ਜਿਹੜਾ ਹੈ ਉਹਦੇ ਵਿੱਚ ਆਪਣੇ DPSP ਮਤਲਬ ਡਾਇਰੈਕਟਿਵ ਪ੍ਰਿੰਸੀਪਲ ਦੱਸੇ ਗਏ ਨੇ। ਅਤੇ ਜਿਵੇਂ ਕਿ ਅੱਗੇ ਵੀ ਆਪਾਂ ਪੜ੍ਹਿਆ ਸੀਗਾ ਕਿ ਪਾਰਟ 3 ਨੂੰ ਮੈਗਨਾ ਕਾਰਟਾ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਠੀਕ ਹੈ ਜੀ। ਨੈਕਸਟ ਕੁਐਸਚਨ, ਵਿਚ ਆਰਟੀਕਲ ਇਨ ਦਾ ਇੰਡੀਅਨ ਕੌਂਸਟੀਟਿਊਸ਼ਨ ਡਿਫਾਈਨਡ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਨੂੰ ਕਿਹੜੇ ਆਰਟੀਕਲ ਨੇ ਜਿਹੜੇ ਡਿਫਾਈਨ ਕਰਦੇ ਹਨ? ਆਰਟੀਕਲ ਨੰਬਰ 14 ਤੋਂ ਲੈ ਕੇ 32 ਤੱਕ। ਆਰਟੀਕਲ 14 to 32। ਠੀਕ ਹੈ। ਇੱਥੇ ਮਿਸਟੇਕ ਹੋ ਗਈ। ਫਸਟ ਆਪਸ਼ਨ ਜਿਹੜੀ ਕਰੈਕਟ ਆਨਸਰ ਹੈ ਆਪਣਾ 33 ਦੀ ਥਾਂ 'ਤੇ 32 ਹੋਣਾ ਸੀਗਾ। ਅਤੇ 5 to 11 ਜਿਹੜੇ ਹਨ ਉਹ ਸਾਨੂੰ ਪਤਾ ਕਿ ਸਿਟੀਜ਼ਨਸ਼ਿਪ ਦੇ ਵਾਲੇ ਆਰਟੀਕਲ ਹਨ। ਸਿਟੀਜ਼ਨਸ਼ਿਪ ਦੇ ਰਿਲੇਟਡ ਜਿਹੜੇ ਆਰਟੀਕਲਸ ਹਨ 5 to 11 ਹਨ। ਠੀਕ ਹੈ ਜੀ। ਆਰਟੀਕਲ 14 to 33 ਫਸਟ ਆਪਸ਼ਨ, 32 ਸੱਚੀ ਫੰਡਾਮੈਂਟਲ ਰਾਈਟਸ ਨੂੰ ਐਕਸਪਲੇਨ ਕਰਦੇ हैं। ਨੈਕਸਟ ਕੁਐਸਚਨ, ਵਿਚ ਆਰਟੀਕਲ ਇਨ ਦਾ ਇੰਡੀਅਨ ਕੌਂਸਟੀਟਿਊਸ਼ਨ ਡਿਫਾਈਨਡ ਰਾਈਟ ਟੂ ਇਕੁਐਲਿਟੀ। ਬਰਾਬਰਤਾ ਦਾ ਅਧਿਕਾਰ। ਕਿਹੜੇ ਆਰਟੀਕਲ ਵਿੱਚ ਬਰਾਬਰਤਾ ਦਾ ਅਧਿਕਾਰ ਜਿਹੜਾ ਹੈ ਦੱਸਿਆ ਗਿਆ ਹੈ? ਕਿਹੜਾ ਆਰਟੀਕਲ ਹੈ ਜੋ ਸਾਨੂੰ ਰਾਈਟ ਟੂ ਇਕੁਐਲਿਟੀ ਬਾਰੇ ਦੱਸਦਾ ਹੈ? ਤਾਂ ਸਾਨੂੰ ਵੀ ਪਤਾ ਹੀ ਹੈ ਕਿ ਆਰਟੀਕਲ ਨੰਬਰ 14 to 18
डी ऑप्शन जिहड़ी है वो सानू की है राइट टू इक्वैलिटी बारे दसदी है। राइट टू इक्वैलिटी बारे आर्टिकल नंबर 14 to 18 जो कि सानू दसदे हैं राइट टू इक्वैलिटी। नैक्सट क्वेश्चन, इन ओरिजिनल फॉर्म ऑफ द कॉन्स्टिट्यूशन हाउ मैनी फंडामेंटल राइट्स आर इनवॉल्वड। कहते कि ओरिजिनल फॉर्म जोड़ा कि 26 नवंबर 1950 26 नवंबर 1950 जोड़ा अपना कॉन्स्टिट्यूशन सी संविधान सीगा वो बन के रेडी हो गया सी, जो कि 26 जनवरी 1950 विच जिहड़ा कि वो लागू किया गया सी, इंप्लीमेंट किया गया सी। ठीक है जी। उस टाइम किन्ने जिहड़े फंडामेंटल राइट्स सन उस कॉन्स्टिट्यूशन दे विच इनवॉल्व किए गए, किन्ने सन? अपना करैक्ट आंसर जी 7। किन्ने? 7 फंडामेंटल राइट्स जो इनवॉल्व किए गए सी उस टाइम। ठीक है। वो वक्री गल है कि बाद विच कुछ अमेंडमेंट करके जिहड़े कुछ जिहड़े फंडामेंटल राइट्स नूं की है सस्पेंड करता गया सी। ठीक है। नैक्सट क्वेश्चन की गल करने, विच फंडामेंटल राइट वाज अबोलिश्ड इन द 44th अमेंडमेंट ऑफ द इंडियन कॉन्स्टिट्यूशन। किहड़ा जिहड़ा फंडामेंटल राइट सी उन्होंने सस्पेंड कर दिता गया सी 44th अमेंडमेंट इंडियन कॉन्स्टिट्यूशन की 44th अमेंडमेंट विच उन्होंने की है सस्पेंड कर दिता गया। ठीक है जी। किहड़ा आर्टिकल सी वो, किहड़ा जिहड़ा राइट सीगा वो फंडामेंटल राइट सी जिन्होंने सस्पेंड किया गया सी? सी ऑप्शन अपने करैक्ट है, राइट टू प्रॉपर्टी। नोट कर लिया जाए नालों नाल कि राइट टू प्रॉपर्टी ही वो आर्टिकल जिहड़ा राइट सीगा फंडामेंटल राइट सी जिन्होंने की है उस टाइम सस्पेंड करता गया सी। नैक्सट क्वेश्चन, 8th क्वेश्चन, अंडर विच अमेंडमेंट राइट टू प्रॉपर्टी एज अ फंडामेंटल राइट वाज अबोलिश्ड। राइट टू प्रॉपर्टी एज अ फंडामेंटल राइट वाज अबोलिश्ड। कहते कि फंडामेंटल राइट नूं अबोलिश किया गया सी किनवीं अमेंडमेंट विच? वो किहड़ी अमेंडमेंट सी जिंदे विच फंडामेंटल राइट नूं एज अ राइट टू प्रॉपर्टी नूं एज अ फंडामेंटल राइट की करता सी, सस्पेंड करता सी। किहड़ी अमेंडमेंट सी वो? ठीक है जी। बिल्कुल सेम ऊपर वाले क्वेश्चन की तरह ही। ठीक है जी। कि 44th अमेंडमेंट सी ऑप्शन जी 44th अमेंडमेंट है जिहदे तहत की सी इहनूं सस्पेंड किया गया सी। ठीक है। हाँ, एक 42nd अमेंडमेंट भी सीगी अपनी 42nd अमेंडमेंट काफ़ी ज़्यादा जिहड़ी है इंपोर्टेंट अमेंडमेंट मन्नी जाती है। 42nd अमेंडमेंट नूं मिनी कॉन्स्टिट्यूशन के नाम नाल भी जानिया जाता है। ठीक है। किहड़े नाम नाल जानिया जाता है इहनूं? मिनी कॉन्स्टिट्यूशन भी कहा जाता है 42nd अमेंडमेंट। ठीक है जी। तो याद रखने वाली गल्लां ने, तुसीं याद रखा करो। जनरल नॉलेज का पार्ट हैं, डायरैक्ट भी पूछ सकते हैं। ठीक है जी। विच पार्ट नैक्सट क्वेश्चन 9th क्वेश्चन वाल वधदे हैं अगे। विच पार्ट एक्सप्लेन्स रिवाइज्ड राइट टू प्रॉपर्टी आफ्टर अमेंडमेंट। कि किहड़े पार्ट विच राइट टू प्रॉपर्टी नूं इनवॉल्व किया गया सी अमेंडमेंट तो बाद, कि जो अमेंडमेंट की गई 44th अमेंडमेंट की गई उस तो बाद राइट टू प्रॉपर्टी नूं किहड़े पार्ट विच मतलब जिहड़ा इनवॉल्व किया गया, किहड़े पार्ट विच? अपना पार्ट नंबर 12, ऑप्शन नंबर डी पार्ट 12 करैक्ट आंसर अपना। ठीक है जी। 44th अमेंडमेंट की गल करते पे आपां 44th अमेंडमेंट हुई किहड़े साल च सी, किहड़े साल च हुई सीगी? 1948 विच। किहड़े साल विच? और 1978 विच, सॉरी गलती हो गई। 44th अमेंडमेंट जिहड़ी सी 1978 विच हुई सीगी ते जिहड़ी अपनी 42nd अमेंडमेंट सीगी वो 1976 विच हुई सी। ठीक है जी। नैक्सट क्वेश्चन की गल करते हैं। विच आर्टिकल इंश्योर राइट इक्वालिटी ऑफ अपॉर्चुनिटी इन मैटर ऑफ पब्लिक एम्प्लॉयमेंट इन इंडियन कॉन्स्टिट्यूशन। कि सरकारी नौकरियों का अधिकार, गवर्नमेंट जॉब्स का अधिकार या राइट
ਕਿਹੜੇ ਆਰਟੀਕਲ ਨੂੰ ਕਿਹਾ ਜਾਂਦਾ ਹੈ? ਗੌਰਮੈਂਟ ਜੋਬਸ ਵਿੱਚ ਜਿਹੜੇ ਵੱਖ-ਵੱਖ ਆਪਣੇ ਕਲਾਸਿਸ ਜਾਂ ਕੈਟਾਗਰੀਜ਼ ਹਨ, ਉਹਨਾਂ ਨੂੰ ਜਿਹੜੀ ਇਕੁਆਲਿਟੀ ਦੇਣੀ, ਉਹ ਕੇਸ ਜਿਹੜੇ ਆਰਟੀਕਲ ਵਿੱਚ ਇਨਵੋਲਵ ਕੀਤਾ ਗਿਆ। ਆਰਟੀਕਲ ਨੰਬਰ 16 ਬੀ ਆਪਸ਼ਨ ਇਜ਼ ਦਾ ਕਰੈਕਟ ਆਨਸਰ। ਠੀਕ ਹੈ ਜੀ, ਨਾਲੋਂ ਨਾਲ ਨੋਟ ਕਰ ਲਿਆ ਜਾਵੇ, ਬਹੁਤ ਇੰਪੋਰਟੈਂਟ ਹਨ ਇਹ ਜਿਹੜੇ ਫੰਡਾਮੈਂਟਲ ਰਾਈਟਸ ਦੇ ਰਿਲੇਟਡ ਜਿੰਨੇ ਵੀ ਕੁਐਸਚਨ ਆ ਰਹੇ ਹਨ, ਇਹ 'ਚ ਤੁਸੀਂ ਛੱਡ ਕੇ ਨਹੀਂ ਆਉਣੇ। ਠੀਕ ਹੈ ਜੀ, ਤਾਂ ਜ਼ਰੂਰ ਕਰਕੇ ਆਓ, ਕਿਉਂਕਿ ਫੰਡਾਮੈਂਟਲ ਰਾਈਟਸ ਦੇ ਬਹੁਤ ਲਿਮਿਟਿਡ ਜਿਹੇ ਕੁਐਸਚਨ ਨੇ ਜੋ ਆਪਾਂ ਕਰਵਾ ਰਹੇ ਹਾਂ, ਅਤੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਆਉਣ ਦੇ ਪੂਰੇ ਚਾਂਸਿਸ ਹਨ ਇਹਨਾਂ ਦੇ। ਨੈਕਸਟ ਕੁਐਸਚਨ, ਵਿਚ ਆਰਟੀਕਲ ਇੰਸ਼ੋਰਸ ਪ੍ਰੋਹੀਬਿਸ਼ਨ ਆਫ ਅਨਟੱਚੇਬਿਲਿਟੀ। ਗਲਤੀ ਨਾਲ ਹੋ ਗਈ ਸੀਗੀ ਉੱਥੇ, ਤਾਂ ਰੈੱਡ ਮਾਰਕ ਕੀਤਾ ਕਿ ਅਨਟੱਚੇਬਿਲਿਟੀ ਨੂੰ ਰੋਕਣਾ, ਛੂਤ-ਛਾਤ ਨੂੰ ਪਾਬੰਦੀ ਲਾਉਣਾ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ? ਛੂਤ-ਛਾਤ ਨੂੰ ਰੋਕਣਾ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ? ਠੀਕ ਹੈ ਜੀ, ਤਾਂ ਇਹਦੇ ਰਿਲੇਟਡ ਆਰਟੀਕਲ ਨੰਬਰ 17 ਬੀ ਆਪਸ਼ਨ ਕਰੈਕਟ ਆਨਸਰ। ਨੈਕਸਟ ਕੁਐਸਚਨ 12th, ਐਬੋਲਿਸ਼ਨ ਆਫ ਟਾਈਟਲਸ। ਕਿ ਐਬੋਲਿਸ਼ਨ ਆਫ ਟਾਈਟਲਸ ਇਹ ਵੀ ਇੱਕ ਚੰਗਾ ਟੋਪਿਕ ਹੈ ਕਿ ਐਬੋਲਿਸ਼ਨ ਆਫ ਟਾਈਟਲਸ ਮਤਲਬ ਕਿ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ ਬ੍ਰਿਟਿਸ਼ ਗੌਰਮੈਂਟ ਦਾ ਜਿਹੜਾ ਰੂਲ ਸੀਗਾ ਇੰਡੀਆ ਵਿੱਚ, ਉਸ ਟਾਈਮ ਕੀ ਹੁੰਦਾ ਸੀ ਕਿ ਬ੍ਰਿਟਿਸ਼ ਗੌਰਮੈਂਟ ਕਾਫੀ ਜਿਹੜੇ ਰਾਜਿਆਂ ਨੂੰ ਜਾਂ ਉਹਨਾਂ ਦੇ ਥੱਲੇ ਜਿਹੜੇ ਗਵਰਨਰ ਕੰਮ ਕਰਦੇ ਸੀਗੇ, ਉਹਨਾਂ ਨੂੰ ਕੁਝ ਉਪਾਧੀਆਂ ਜਿਹੜੀਆਂ ਸੀ ਉਹ ਦਿੱਤੀਆਂ ਜਾਂਦੀਆਂ ਸੀ। ਹੁਣ ਇਹ ਕਿਵੇਂ ਦੀਆਂ ਉਪਾਧੀਆਂ ਸੀ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ? ਇਹ ਉਪਾਧੀਆਂ ਇੱਦਾਂ ਦੀਆਂ ਸੀ ਜਿਵੇਂ ਕਿ ਰਾਜ ਕੁਮਾਰ ਹੋ ਗਿਆ, ਮਹਾਰਾਜ ਹੋ ਗਿਆ, ਸਰਦਾਰ ਹੋ ਗਿਆ, ਰਾਜਨਾਇਕ ਹੋ ਗਿਆ, ਰਾਜ ਤਿਲਕ ਹੋ ਗਿਆ। ਮਤਲਬ ਇੱਦਾਂ ਦੀਆਂ ਜਿਹੜੀਆਂ ਉਪਾਧੀਆਂ ਸੀ ਜਾਂ ਟਾਈਟਲ ਸੀ ਜੋ ਕਿ ਬ੍ਰਿਟਿਸ਼ ਗੌਰਮੈਂਟ ਕੁਝ ਸਪੈਸੀਫਿਕ ਲੋਕਾਂ ਨੂੰ ਇਹ ਜਿਹੜੇ ਮਤਲਬ ਟਾਈਟਲਸ ਦਿੰਦੀ ਹੁੰਦੀ ਸੀ। ਠੀਕ ਹੈ ਜੀ, ਅਤੇ ਇਸ ਟਾਈਟਲ ਵਾਲੇ ਸਿਸਟਮ ਨੂੰ ਖ਼ਤਮ ਕਰਨ ਲਈ ਜਾਂ ਇਹਨਾਂ ਨੂੰ ਖ਼ਤਮ ਕਰਨ ਲਈ ਮਤਲਬ ਇੱਕ ਜਿਹੜੇ ਫੰਡਾਮੈਂਟਲ ਰਾਈਟ ਵਿੱਚ ਇੱਕ ਆਰਟੀਕਲ ਦਿੱਤਾ ਗਿਆ ਆਪਣੇ ਕੋਲ। ਠੀਕ ਹੈ, ਅਤੇ ਮਤਲਬ ਇਸ ਜਿਹੜਾ ਸਿਸਟਮ ਸੀਗਾ ਇਹਨੂੰ ਖ਼ਤਮ ਕਰਨਾ ਵੀ ਜ਼ਰੂਰੀ ਸੀ। ਠੀਕ ਹੈ, ਕੁਝ ਇਹਦੇ ਵਿੱਚ ਦੂਸਰੀਆਂ ਆਪਣੀਆਂ ਗੱਲਾਂ ਆ ਜਾਂਦੀਆਂ ਨੇ। ਠੀਕ ਹੈ, ਆਰਟੀਕਲ ਨੰਬਰ 18 ਇਹਦੇ ਜਿਹੜੀ ਕਰੈਕਟ ਆਨਸਰ ਹੈ। ਠੀਕ ਹੈ, ਕੁਝ ਹੋਰ ਵੀ ਗੱਲਾਂ ਮੈਂ ਦੱਸਣਾ ਚਾਹੁੰਦਾ ਕਿ ਇੰਡੀਅਨ ਗੌਰਮੈਂਟ ਵੀ ਜਿਹੜੇ ਕਿ ਇਹ ਫੰਡਾਮੈਂਟਲ ਉਹ ਜਿਹੜੇ ਟਾਈਟਲਸ ਹੈ ਜੋ ਇੰਡੀਅਨ ਸਿਟੀਜ਼ਨਸ ਨੂੰ ਦਿੰਦੀ ਹੈ। ਠੀਕ ਹੈ, ਕਿੱਦਾਂ ਦੇ ਟਾਈਟਲਸ ਦਿੰਦੀ ਹੈ? ਮਤਲਬ ਕਿ ਆਪਣੇ ਜਿਹੜੇ ਸਿਵਲੀਅਨ ਅਵਾਰਡ ਹੈਗੇ ਆ, ਠੀਕ ਹੈ, ਜਿਵੇਂ ਕਿ ਭਾਰਤ ਰਤਨ ਹੋ ਗਿਆ, ਪਦਮ ਭੂਸ਼ਣ ਹੋ ਗਿਆ, ਪਦਮ ਵਿਭੂਸ਼ਣ ਹੋ ਗਿਆ। ਠੀਕ ਹੈ ਜੀ, ਉਹ ਜਿਹੜੇ ਅਵਾਰਡ ਨੇ ਜਾਂ ਉਹ ਜਿਹੜੇ ਟਾਈਟਲ ਨੇ, ਠੀਕ ਹੈ ਜੀ, ਉਹ ਆਪਣੀ ਗਵਰਨਮੈਂਟ ਇੰਡੀਅਨ ਸਿਟੀਜ਼ਨਸ ਨੂੰ ਲੀਗਲ ਤੌਰ 'ਤੇ ਦਿੰਦੀ ਹੈ। ਠੀਕ ਹੈ, ਜਾਂ ਕੁਝ ਅਕੈਡਮਿਕ ਟਾਈਟਲਸ ਦੀ ਗੱਲ ਕਰੀਏ, ਜਿਵੇਂ ਕਿ PhD ਹੋਲਡਰ ਨੂੰ ਡਾਕਟਰ ਦੇ ਨਾਮ ਨਾਲ ਜਾਣਿਆ ਜਾਂਦਾ, ਉਹਦੇ ਜਿਹੜੇ ਨਾਮ ਦੇ ਅੱਗੇ ਡਾਕਟਰ ਲਾਇਆ ਜਾਂਦਾ। ਠੀਕ ਹੈ ਜੀ, ਅਤੇ ਆਪਣੇ ਪ੍ਰੋਫੈਸਰ ਹੋ ਗਿਆ। ਠੀਕ ਹੈ, ਮਤਲਬ ਕਿ ਇੱਦਾਂ ਦੀਆਂ ਜਿਹੜੀਆਂ ਅਕੈਡਮਿਕ ਕੁਆਲੀਫਿਕੇਸ਼ਨ ਦੇ ਨਾਲ ਜਿਹੜੇ ਰਿਲੇਟਡ ਵੀ ਕੁਝ ਮਤਲਬ ਟਾਈਟਲਸ ਹੈ ਜਿਹੜੀ ਆਪਣੀ ਇੰਡੀਅਨ ਗਵਰਨਮੈਂਟ ਆਪਣੇ ਇੰਡੀਅਨ ਸਿਟੀਜ਼ਨਸ ਨੂੰ ਦਿੰਦੀ। ਠੀਕ ਹੈ, ਤਾਂ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਬਹੁਤ ਧਿਆਨ ਨਾਲ ਨੋਟ ਕਰਿਓ। ਠੀਕ ਹੈ, ਕਿ ਐਬੋਲਿਸ਼ਨ ਆਫ ਟਾਈਟਲ ਦੇ ਨਾਲ ਰਿਲੇਟਡ ਕਿਹੜਾ ਆਰਟੀਕਲ ਹੈ ਜਿਹੜਾ ਆਪਾਂ ਨੂੰ ਦੱਸਦਾ ਹੈ ਕਿ ਟਾਈਟਲਸ ਨੂੰ ਕਦੋਂ ਕਿਹੜੇ ਆਰਟੀਕਲ ਦੇ ਤਹਿਤ ਜਿਹੜਾ ਖ਼ਤਮ ਕੀਤਾ ਗਿਆ ਸੀ। ਤਾਂ ਕਿਹੜਾ ਆਰਟੀਕਲ ਹੈ ਜੀ ਆਪਣਾ? ਆਰਟੀਕਲ ਨੰਬਰ 18 ਡੀ ਆਪਸ਼ਨ ਇਜ਼ ਦਾ ਕਰੈਕਟ। ਨੈਕਸਟ ਕੁਐਸਚਨ ਵੱਲ ਵਧਦੇ ਹਾਂ, ਵਿਚ ਆਰਟੀਕਲ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ ਡਿਫਾਈਨ ਰਾਈਟ ਟੂ ਫਰੀਡਮ। ਕਿ ਰਾਈਟ ਟੂ ਫਰੀਡਮ ਮਤਲਬ ਆਜ਼ਾਦੀ, ਕਿ ਆਜ਼ਾਦੀ ਦਾ ਅਧਿਕਾਰ ਕਿਹੜੇ ਆਰਟੀਕਲ ਦੇ ਤਹਿਤ ਆਉਂਦਾ? ਕਿਹੜੇ ਆਰਟੀਕਲ ਦੇ ਅੰਡਰ ਆਜ਼ਾਦੀ ਦਾ ਅਧਿਕਾਰ ਆਉਂਦਾ? ਆਪਣੀ ਬੀ ਆਪਸ਼ਨ ਕਰੈਕਟ ਹੈ 19 to 22। ਠੀਕ ਹੈ ਜੀ, 19 to 22 ਰਾਈਟ ਟੂ ਫਰੀਡਮ। ਠੀਕ ਹੈ, 14 to 18 ਆਪਾਂ ਕੀਤੇ ਸੀਗੇ ਫੰਡਾਮੈਂਟਲ, ਦੂਸਰੇ ਆਪਣੇ ਰਾਈਟ ਟੂ ਇਕੁਆਲਿਟੀ ਵਾਲੇ। ਠੀਕ ਹੈ, 20
3 to 24 ਰਾਈਟ ਅਗੇਂਸਟ ਐਕਸਪਲੋਟੇਸ਼ਨ। ਬਾਕੀ ਅੱਗੇ ਆਪਾਂ ਕਰਦੇ ਹੀ ਪਏ ਹਾਂ, ਨਾਲੋਂ ਨਾਲ ਕੀਤੀਆਂ ਨੇ। 14th ਕੁਐਸਚਨ ਜਿਹੜਾ ਆਪਣਾ, ਵਿਚ ਆਰਟੀਕਲ ਇਨ ਦ ਇੰਡੀਅਨ ਕੌਂਸਟੀਟਿਊਸ਼ਨ ਇਨਸ਼ੋਰ free and compulsory education to all children of age 6 to 14 years। ਕਿਹੜਾ ਆਰਟੀਕਲ ਹੈ ਇੰਡੀਅਨ ਕੌਂਸਟੀਟਿਊਸ਼ਨ ਦਾ, ਕਿਹੜਾ ਆਰਟੀਕਲ ਹੈ ਜਿਹੜਾ 6 ਤੋਂ 14 ਸਾਲ ਦੇ ਬੱਚਿਆਂ ਲਈ ਫ੍ਰੀ ਐਜੂਕੇਸ਼ਨ, ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ, ਕੰਪਲਸਰੀ ਮਤਲਬ ਲਾਜ਼ਮੀ ਐਜੂਕੇਸ਼ਨ ਨੂੰ ਮਤਲਬ ਜ਼ਰੂਰੀ ਕਹਿੰਦਾ, ਜ਼ਰੂਰੀ ਬਣਾਉਂਦਾ। ਕਿਹੜਾ ਆਰਟੀਕਲ? 21A। ਠੀਕ ਹੈ, ਡੀ ਆਪਸ਼ਨ ਇਜ਼ ਦਾ ਕਰੈਕਟ ਆਂਸਰ, ਆਰਟੀਕਲ ਨੰਬਰ 21A। ਨੈਕਸਟ ਕੁਐਸਚਨ ਦੀ ਗੱਲ ਕਰੀਏ, ਵਿਚ ਆਰਟੀਕਲ ਡੀਲਸ ਵਿਦ ਦ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਪ੍ਰੋਪਰਟੀ। ਕਿ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਪ੍ਰੋਪਰਟੀ ਦੇ ਨੂੰ ਜੇਕਰ ਦੇਖਿਆ ਜਾਵੇ, ਪਰਸਨਲ ਲਿਬਰਟੀ ਨੂੰ ਦੇਖਿਆ ਜਾਵੇ ਤਾਂ ਉਸ ਦੇ ਨਾਲ ਰਿਗਾਰਡਿੰਗ ਕਿਹੜਾ ਆਰਟੀਕਲ ਹੈ? ਬੀ ਆਪਸ਼ਨ, ਆਰਟੀਕਲ ਨੰਬਰ 21। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਵਿਚ ਆਰਟੀਕਲ in the Indian Constitution defines the right against exploitation। कि exploitation ਦੇ ਖਿਲਾਫ, ਅਗੇਂਸਟ ਮਤਲਬ ਖਿਲਾਫ, ਐਕਸਪਲੋਟੇਸ਼ਨ ਦੇ ਖਿਲਾਫ ਕਿਹੜਾ ਰਾਈਟ ਜਿਹੜਾ ਆਪਾਂ ਨੂੰ ਆਪਣੇ ਇੰਡੀਅਨ ਕੌਂਸਟੀਟਿਊਸ਼ਨ ਵਿੱਚ ਦਿੱਤਾ ਗਿਆ। ਠੀਕ ਹੈ ਜੀ, ਐਕਸਪਲੋਟੇਸ਼ਨ ਦੇ ਖਿਲਾਫ, ਸ਼ੋਸ਼ਣ ਦੇ ਖਿਲਾਫ ਕਿਹੜਾ ਜਿਹੜਾ ਆਰਟੀਕਲ ਹੈ ਉਹ ਦਿੱਤਾ ਗਿਆ? ਆਰਟੀਕਲ ਨੰਬਰ 23 to 24। ठीक है, 2 आर्टिकल इन्वॉल्व किए गए हैं। फर्स्ट ऑप्शन ए ऑप्शन 23 एंड 24 आर्टिकल्स। 17th क्वेश्चन है, आर्टिकल 23 ऑफ द इंडियन कॉन्स्टिट्यूशन डील्स विद विच ऑफ द फॉलोइंग इशू। कि आर्टिकल नंबर 23 ਜਿਹੜਾ ਉਹ ਕਿਹੜੇ ਜਿਹੜੇ ਇਸ਼ੂਸ ਨੇ ਉਹਦੇ ਨਾਲ ਡੀਲ ਕਰਦਾ ਹੈ। ਇਸ਼ੂਸ ਨਾਲ ਕਿਹੜੇ ਫੋਲੋਇੰਗ ਇਸ਼ੂਸ ਨੇ ਉਹਦੇ ਨਾਲ ਡੀਲ ਕਰਦਾ ਆਰਟੀਕਲ ਨੰਬਰ 23। ਬੀ ਆਪਸ਼ਨ ਕਰੈਕਟ ਹੈ, ਪ੍ਰੋਹੀਬਿਸ਼ਨ ਆਫ ਟ੍ਰੈਫਿਕ ਇਨ ਹਿਊਮਨਸ। ਪ੍ਰੋਹੀਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ, ਕਿ ਮਤਲਬ ਹਿਊਮਨ ਟ੍ਰੈਫਿਕਿੰਗ ਨੂੰ ਕਿਹੜਾ ਪਾਬੰਦੀ ਕਿਹੜਾ ਆਰਟੀਕਲ ਲਾਉਂਦਾ, ਜੋ ਆਪਾਂ ਉੱਪਰ ਦੱਸਿਆ। ਠੀਕ ਹੈ ਜੀ, ਆਰਟੀਕਲ ਕੁਐਸਚਨ ਨੰਬਰ 18 ਵਿੱਚ ਆਰਟੀਕਲ ਡੀਲਸ ਵਿਦ ਦ ਪ੍ਰੋਹੀਬਿਸ਼ਨ ਆਫ ਚਾਈਲਡ ਇਨ ਫੈਕਟਰੀਜ਼। ਕਿ ਚਾਈਲਡ ਨੂੰ, ਬੱਚਿਆਂ ਨੂੰ ਫੈਕਟਰੀਆਂ ਤੋਂ ਖਤਰਨਾਕ ਕੰਮ ਕਰਨ ਲਈ ਕਿਹੜਾ ਆਰਟੀਕਲ ਬਣਾਇਆ ਗਿਆ? ਕੰਮ ਕਰਨ ਤੋਂ ਰੋਕਣ ਲਈ ਕਿਹੜਾ ਆਰਟੀਕਲ ਦੱਸਿਆ ਗਿਆ? ਆਰਟੀਕਲ ਨੰਬਰ 24। ਬੀ ਇਜ਼ ਦਾ ਕਰੈਕਟ ਆਂਸਰ। ਠੀਕ ਹੈ, ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਆਰਟੀਕਲ ਡਿਫਾਈਨ ਦ ਫੰਡਾਮੈਂਟਲ ਰਾਈਟ, ਕਲਚਰਲ ਐਂਡ ਐਜੂਕੇਸ਼ਨਲ ਰਾਈਟ। ਕਿ ਕਲਚਰਲ ਅਤੇ ਐਜੂਕੇਸ਼ਨਲ ਰਾਈਟ ਆਪਣਾ ਕਿਹੜਾ ਫੰਡਾਮੈਂਟਲ ਰਾਈਟ, ਕਿਹੜਾ ਆਰਟੀਕਲ ਹੈ ਜੋ ਦੱਸਦਾ ਹੈ ਕਿ ਕਲਚਰਲ ਐਂਡ ਐਜੂਕੇਸ਼ਨਲ ਰਾਈਟ ਬਾਰੇ ਕਿਹੜਾ ਆਰਟੀਕਲ, ਕਿਹੜੇ ਦੱਸਦੇ ਹਨ, ਕਿਹੜੇ ਨੇ? ਆਪਸ਼ਨ ਨੰਬਰ ਸੀ ਆਪਣਾ ਕਰੈਕਟ ਆਂਸਰ ਹੈ, ਆਰਟੀਕਲ ਨੰਬਰ 29 to 30। ਨੋਟ ਕਰ ਲੈ ਸੀ ਆਪਸ਼ਨ, ਨਾਲੋਂ ਨਾਲ ਆਪਣੀ ਕਾਪੀ 'ਤੇ ਚੀਜ਼ਾਂ ਨੋਟ ਕੀਤੀ ਜਾਓ, ਜ਼ਰੂਰੀ ਗੱਲਾਂ ਨੇ। ਕੁਐਸਚਨ ਨੰਬਰ 20, ਰਾਈਟ ਟੂ ਕੌਂਸਟੀਟਿਊਸ਼ਨਲ ਰੈਮੀਡੀਜ਼ ਇਜ਼ ਇਨਵੋਲਵਡ ਇਨ ਵਿਚ ਆਫ ਦ ਫੋਲੋਇੰਗ ਆਰਟੀਕਲ। ਕਿ ਕੌਂਸਟੀਟਿਊਸ਼ਨਲ ਰੈਮੀਡੀਜ਼ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਰਟੀਕਲ ਮੰਨਿਆ ਜਾਂਦਾ। ਠੀਕ ਹੈ, ਇਸ ਆਰਟੀਕਲ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ। ਹਾਰਟ ਆਫ ਦਾ ਕੌਂਸਟੀਟਿਊਸ਼ਨ ਵੀ ਇਸ ਆਰਟੀਕਲ ਨੂੰ ਕਿਹਾ ਜਾਂਦਾ। ਠੀਕ ਹੈ ਜੀ, ਹਾਰਟ ਆਫ ਦਾ ਕੌਂਸਟੀਟਿਊਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਸ ਆਰਟੀਕਲ ਨੂੰ। ਇਹ ਵੀ ਤੁਸੀਂ ਨੋਟ ਕਰ ਲਓ। ਠੀਕ ਹੈ ਜੀ, ਕਿਉਂਕਿ ਇਹ ਹੀ ਇੱਕ ਮਾਤਰ ਆਰਟੀਕਲ ਇਹੋ ਜਿਹਾ ਹੈ ਜਿਹੜਾ ਕੀ ਕਰਦਾ, ਇੰਸ਼ੋਰ ਕਰਦਾ। ਕੀ ਇੰਸ਼ੋਰ ਕਰਦਾ? ਕਿ ਬਾਕੀ ਆਰਟੀਕਲਸ ਦੀ ਵਾਇਓਲੇਸ਼ਨ ਨਾ ਹੋਵੇ, ਉਹ ਇਹ ਆਰਟੀਕਲ ਕੀ ਹੈ, ਇੰਸ਼ੋਰ ਕਰਦਾ ਉਹਦੇ ਅੰਦਰ। ਠੀਕ ਹੈ, ਕਿ ਆਪਾਂ ਡਾਇਰੈਕਟਲੀ ਸੁਪਰੀਮ ਕੋਰਟ ਤੱਕ ਵੀ ਜਾ ਸਕਦੇ ਹਾਂ ਜੇਕਰ ਆਪਣਾ ਕੋਈ ਫੰਡਾਮੈਂਟਲ ਰਾਈਟ ਵਾਇਓਲੇਟ ਹੁੰਦਾ। ਤਾਂ ਆਰਟੀਕਲ ਨੰਬਰ 32 ਡੀ ਇਜ਼ ਦਾ ਕਰੈਕਟ ਆਂਸਰ। ਠੀਕ ਹੈ, ਨੈਕਸਟ ਕੁਐਸਚਨ ਪੜ੍ਹਦੇ ਹਾਂ। ਇਨ ਵਿਚ ਈਅਰ ਦ ਡਿਮਾਂਡ ਫॉर ਫੰਡਾਮੈਂਟਲ ਰਾਈਟ ਵਾਜ਼ ਮੇਡ ਬਾਈ ਨਹਿਰੂ ਕਮੇਟੀ ਰਿਪੋਰਟ। ਠੀਕ ਹੈ, ਨਹਿਰੂ ਲਿਖਿਆ ਗਿਆ, ਨਹਿਰੂ ਆਉਣਾ ਉੱਥੇ, ਨਹਿਰੂ NEHRU। ਇਨ ਵਿਚ ਈਅਰ ਕਿਹੜੇ ਸਾਲ ਵਿੱਚ ਜਿਹੜੇ ਨਹਿਰੂ ਕਮੇਟੀ ਰਿਪੋਰਟ ਦੁਆਰਾ ਫੰਡਾਮੈਂਟਲ ਰਾਈਟਸ ਦੀ ਡਿਮਾਂਡ ਮੰਗੀ ਗਈ ਸੀ? ਕਿਹੜੇ ਈਅਰ 'ਚ, ਕਿਹੜੇ ਸਾਲ ਵਿੱਚ? ਸੀ ਆਪਸ਼ਨ 1928 ਵਿੱਚ। ਕਿਹੜੇ ਸਾਲ ਵਿੱਚ? 1928 ਵਿੱਚ। ਸੀ ਆਪਸ਼ਨ ਹੈ ਜੀ, ਨੋਟ ਕਰ ਲਓ ਧਿਆਨ ਨਾਲ। ਡਿਮਾਂਡ ਮੰਗੀ ਗਈ ਸੀ ਨਹਿਰੂ ਕਮੇਟੀ ਰਿਪੋਰਟ ਵੱਲੋਂ ਫੰਡਾਮੈਂਟਲ ਰਾਈਟਸ ਦੀ।
Second question, loss inconsistent. 22nd question, loss inconsistent as fundamental rights are void as per। ਕਹਿੰਦੇ ਕਿ ਲੋਸ ਇਨਕਨਸਿਸਟੈਂਟ, ਕਿ ਇਨਕਨਸਿਸਟੈਂਟ ਲੋਸ ਜਿਹੜੇ ਹੈਗੇ ਨੇ ਫੰਡਾਮੈਂਟਲ ਰਾਈਟਸ ਵਿੱਚ ਵਰਡ ਮੰਨੇ ਜਾਂਦੇ ਨੇ। ਵਰਡ ਮਤਲਬ ਕਿ ਖਾਲੀ, ਜਾਂ ਕਹਿ ਲਓ ਕਿ ਕੋਈ ਉਹਦਾ ਅਰਥ ਨਹੀਂ ਹੈਗਾ, ਨਿਰਅਰਥ ਮੰਨੇ ਜਾਂਦੇ ਹਨ। ਕਿਹੜੇ ਆਰਟੀਕਲ ਦੇ ਤਹਿਤ, ਕਿਹੜੇ ਆਰਟੀਕਲ ਦੇ ਤਹਿਤ ਜਿਹੜੇ ਇਨਕਨਸਿਸਟੈਂਟ ਲੋਸ ਨੇ ਫੰਡਾਮੈਂਟਲ ਰਾਈਟਸ ਵਿੱਚ ਖਾਲੀ ਮੰਨੇ ਜਾਂਦੇ? ਆਰਟੀਕਲ ਨੰਬਰ 13 ਬੀ ਆਪਸ਼ਨ। 23rd option, which fundamental right article is enforceable during the period of emergency? emergency ਦੇ ਟਾਈਮ ਵਿੱਚ ਕਿਹੜਾ ਆਰਟੀਕਲ ਜਿਹੜਾ ਇਨਫੋਰਸਡ ਹੁੰਦਾ, ਉਸ ਟਾਈਮ ਕਿਹੜਾ ਇੰਪਲੀਮੈਂਟ ਹੁੰਦਾ? ਤਾਂ 21 ਐਂਡ 22 ਦੋ ਆਰਟੀਕਲ ਨੇ ਇਸ ਟਾਈਮ, ਦੋ ਆਰਟੀਕਲ ਦੋਨੋਂ ਹੀ ਲੱਗਣਗੇ, ਠੀਕ ਹੈ। ਅਤੇ ਇੱਕ ਥਰਡ ਆਪਸ਼ਨ ਬੋਥ ਏ ਐਂਡ ਬੀ, ਕਿ ਦੋਨੋਂ ਦੀ ਆਪਸ਼ਨ ਦਿੱਤੀ ਗਈ ਹੈ। सी ऑप्शन इज़ द करैक्ट आंसर, ठीक है। ये दो आर्टिकल 21 एंड 22 एमरजेंसी के टाइम लागू हो जाएंगे, ठीक है जी। नैक्सट क्वेश्चन वाल बढ़ते हैं। फंडामेंटल राइट्स किधर चला गया? फंडामेंटल राइट्स कैन बी सस्पेंडेड बाय। फंडामेंटल राइट्स कैन बी सस्पेंडेड बाय। फंडामेंटल राइट्स नूं कौन सस्पेंड कर सकता है? हालांकि फंडामेंटल राइट्स नूं सस्पेंड करना कोई सौखा काम नहीं है, ठीक है, पर फिर भी एक इदां दी बॉडी जिहड़ी है कॉन्स्टिट्यूशन ने एस्टैबलिश की हुई है जिहदे कोल इन्नी पावर है कि वो की है फंडामेंटल राइट्स नूं सस्पेंड कर सकता है। तो कौन है वो? अपने राष्ट्रपति जी, ठीक है, प्रेजिडेंट। सैकेंड बी ऑप्शन, ਪ੍ਰੈਜ਼ੀਡੈਂਟ ਹੀ ਇੱਕ ਅਜਿਹੀ ਬੋਡੀ ਹੈ ਜਿਹੜੀ ਫੰਡਾਮੈਂਟਲ ਰਾਈਟਸ ਨੂੰ ਸਸਪੈਂਡ ਕਰ ਸਕਦੇ। ਕਿਹੜੇ ਟਾਈਮ ਵਿੱਚ? ਐਮਰਜੈਂਸੀ ਦੇ ਟਾਈਮ ਵਿੱਚ, ਠੀਕ ਹੈ ਜੀ। ਉਸ ਟਾਈਮ ਫੰਡਾਮੈਂਟਲ ਰਾਈਟਸ ਕੀ ਹੋ ਜਾਂਦੇ ਨੇ? ਸਸਪੈਂਡ ਹੋ ਜਾਂਦੇ ਨੇ। ਅਤੇ ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਹੂ ਹੈਡਡ ਦਾ ਕਮੇਟੀ ਅਪੋਇੰਟਡ ਬਾਏ ਦਾ ਕੌਂਸਟੀਟਿਊਐਂਟ ਅਸੈਂਬਲੀ ਟੂ ਫਾਈਨਲਾਈਜ਼ ਦਾ ਫੰਡਾਮੈਂਟਲ ਰਾਈਟਸ ਆਫ ਇੰਡੀਅਨ ਸਿਟੀਜ਼ਨ। ਕਿ ਕੰਸਟੀਟਿਊਐਂਟ ਅਸੈਂਬਲੀ ਵੱਲੋਂ ਫੰਡਾਮੈਂਟਲ ਰਾਈਟਸ ਨੂੰ ਫਾਈਨਲਾਈਜ਼ ਕਰਨ ਲਈ, ਫਾਈਨਲ ਲੁੱਕ ਦੇਣ ਲਈ ਕਿਹੜੀ ਕਮੇਟੀ, ਉਸ ਕਮੇਟੀ ਦਾ ਹੈੱਡ ਕਿਹਨੂੰ ਬਣਾਇਆ ਗਿਆ ਸੀ? ਉਸ ਕਮੇਟੀ ਦਾ ਹੈੱਡ ਕਿਹਨੂੰ ਬਣਾਇਆ ਗਿਆ ਸੀ? ਸੀ ਆਪਸ਼ਨ, ਸਰਦਾਰ ਪਟੇਲ, ਠੀਕ ਹੈ, ਸਰਦਾਰ ਪਟੇਲ, ਠੀਕ ਹੈ। ਆਪਣੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕਿਹਨੂੰ ਬਣਾਇਆ ਗਿਆ ਸੀ? BR ਅੰਬੇਦਕਰ ਨੂੰ, ਠੀਕ ਹੈ ਜੀ। ਅਤੇ ਫੰਡਾਮੈਂਟਲ ਰਾਈਟਸ ਨੂੰ ਫਾਈਨਲਾਈਜ਼ ਕਰਨ ਲਈ ਕਮੇਟੀ ਦਾ ਹੈੱਡ ਕੌਣ ਸਨ? ਸਰਦਾਰ ਪਟੇਲ। 26th ਕੁਐਸਚਨ, ਹੂ ਇਜ਼ ਐਮਪਾਵਰਡ ਹੋਣਾ ਇੱਥੇ, ਹੂ ਇਜ਼ ਐਮਪਾਵਰਡ ਟੂ ਸਸਪੈਂਡ ਦਾ ਆਪਰੇਸ਼ਨ ਆਫ ਫੰਡਾਮੈਂਟਲ ਰਾਈਟਸ। ਜਿਵੇਂ ਕਿ ਪਿੱਛੇ ਕੀ ਆਪਾਂ ਪੜ੍ਹਿਆ ਸੀਗਾ ਕਿ ਕਿਹਦੇ ਕੋਲ ਇੰਨੀ ਪਾਵਰ ਆ ਕਿ ਉਹ ਫੰਡਾਮੈਂਟਲ ਰਾਈਟਸ ਨੂੰ ਵੀ ਸਸਪੈਂਡ ਕਰ ਸਕਦਾ ਹੈ? ਕੌਣ ਸੀ ਉਹ? ਪ੍ਰੈਜ਼ੀਡੈਂਟ, ਰਾਸ਼ਟਰਪਤੀ ਸਾਹਿਬ, ਠੀਕ ਹੈ ਜੀ। 26 ਦਾ ਸੀ ਆਪਸ਼ਨ ਕਰੈਕਟ ਆਂਸਰ। 27th ਕੁਐਸਚਨ, ਹੂ ਇਜ਼ ਕੰਪੀਟੈਂਟ ਟੂ ਅਮੈਂਡ ਫੰਡਾਮੈਂਟਲ ਰਾਈਟਸ? ਹੂ ਇਜ਼ ਕੰਪੀਟੈਂਟ ਟੂ ਅਮੈਂਡ ਫੰਡਾਮੈਂਟਲ ਰਾਈਟਸ। ਕਿ ਫੰਡਾਮੈਂਟਲ ਰਾਈਟਸ ਨੂੰ ਅਮੈਂਡ ਕੌਣ ਕਰ ਸਕਦਾ, ਠੀਕ ਹੈ ਜੀ, ਸੋਧ ਕੌਣ ਕਰ ਸਕਦਾ ਫੰਡਾਮੈਂਟਲ ਰਾਈਟਸ ਵਿੱਚ? ਪ੍ਰੈਜ਼ੀਡੈਂਟ ਵੀ ਨਹੀਂ ਕਰ ਸਕਦੇ, ਸੁਪਰੀਮ ਕੋਰਟ ਵੀ ਨਹੀਂ ਕਰ ਸਕਦੀ ਆਪਦੇ ਪੱਧਰ 'ਤੇ, ਲੋਕ ਸਭਾ ਵੀ ਨਹੀਂ ਕਰ ਸਕਦੀ, ਠੀਕ ਹੈ ਜੀ। ਤਾਂ ਬਚੀ ਆਪਣੇ ਕੋਲ ਪਾਰਲੀਮੈਂਟ, ਜੋ ਕਿ ਕਰੈਕਟ ਆਪਸ਼ਨ ਹੈ। ਪਾਰਲੀਮੈਂਟ ਜਿਹੜੀ ਕੀ ਹੈ ਅਮੈਂਡ ਕਰ ਸਕਦੀ ਹੈ ਫੰਡਾਮੈਂਟਲ ਰਾਈਟਸ, ਠੀਕ ਹੈ ਜੀ। ਨੈਕਸਟ, ਰਾਈਟ ਟੂ ਵੋਟ ਐਂਡ ਟੂ ਬੀ ਇਲੈਕਟਿਡ ਇਨ ਇੰਡੀਆ ਇਜ਼। ਰਾਈਟ ਟੂ ਵੋਟ ਐਂਡ ਟੂ ਬੀ ਇਲੈਕਟਿਡ ਇਨ ਇੰਡੀਆ ਇਜ਼ ਮਤਲਬ ਕਿ ਵੋਟ ਪਾਉਣ ਦਾ ਅਧਿਕਾਰ ਅਤੇ ਵੋਟ ਪਵਾਉਣ ਦਾ ਅਧਿਕਾਰ, ਠੀਕ ਹੈ। ਵੋਟ ਪਾਉਣ ਦਾ ਅਧਿਕਾਰ ਅਤੇ ਵੋਟ ਪਾਉਣ ਦਾ ਅਧਿਕਾਰ ਇੱਕ ਫੰਡਾਮੈਂਟਲ ਰਾਈਟ ਹੈ, ਨੈਚੁਰਲ ਰਾਈਟ ਹੈ, ਕੌਂਸਟੀਟਿਊਸ਼ਨਲ ਰਾਈਟ ਹੈ ਜਾਂ ਫਿਰ ਲੀਗਲ ਰਾਈਟ। ਫੰਡਾਮੈਂਟਲ ਰਾਈਟ ਟੋਟਲ 6 ਸੀਗੇ ਆਪਣੇ ਕੋਲ, ਠੀਕ ਹੈ ਜੀ। ਉਹਦੇ ਵਿੱਚ ਰਾਈਟ ਟੂ ਵੋਟ ਇਨਵੋਲਵ ਨਹੀਂ ਕੀਤਾ ਗਿਆ, ਠੀਕ ਹੈ ਜੀ। ਅਤੇ ਡੀ ਆਪਸ਼ਨ ਇਹਦੀ ਕਰੈਕਟ ਆਂਸਰ ਹੈ, ਲੀਗਲ ਰਾਈਟ, ਠੀਕ ਹੈ। ਲੀਗਲ ਰਾਈਟ ਨੋਟ ਕਰ ਲਓ। ਲੀਗਲ ਰਾਈਟ ਹੈ ਜਿਹੜਾ, ਇਹਨੂੰ
ਕੀ ਹੈ ਰਾਈਟ ਟੂ ਵੋਟ ਨੂੰ ਲੀਗਲ ਰਾਈਟ ਮੰਨਿਆ ਜਾਂਦਾ। 29th ਕੁਐਸਚਨ ਆਰਟੀਕਲ 19A1A ਆਰਟੀਕਲ 19(1)A ਠੀਕ ਹੈ ਗਲਤੀ ਹੋ ਗਈ ਇੱਥੇ ਮਿਸਟੇਕ ਹੋ ਗਈ ਹੈ। ਆਰਟੀਕਲ 19(1)A ਠੀਕ ਹੈ ਜੀ ਕਿਹਦੇ ਨਾਲ ਡੀਲ ਕਰਦਾ। ਆਰਟੀਕਲ 19(1)A ਆਫ ਦ ਕੌਨਸਟੀਟਿਊਸ਼ਨ ਆਫ ਇੰਡੀਆ ਡੀਲਸ ਵਿਦ ਕਿਹਦੇ ਨਾਲ। ਇਹ ਆਪਸ਼ਨ ਕਰੈਕਟ ਹੈ ਆਪਣੀ। ਫਰੀडम ऑफ स्पीच एंड एक्सप्रैशन फ्रीडम ऑफ स्पीच एंड एक्सप्रैशन मतलब कि स्पीच ते एक्सप्रैशन दा फ्रीडम स्पीच ते एक्सप्रैशन की आज़ादी नाल रिलेटेड केड़ा आर्टिकल है अपना 19(1)A ठीक है नोट कर लो चंगी तरह। 30th क्वेश्चन अंडर विच आर्टिकल ऑफ द कॉन्स्टिट्यूशन कैन एन इंडिविजुअल मूव टू द सुप्रीम कोर्ट डायरैक्टली इन केस ऑफ एनी वायलेशन ऑफ फंडामेंटल लॉ राइट। ਆਪਾਂ ਪਿੱਛੇ ਵੀ ਪੜ੍ਹਿਆ ਸੀਗਾ ਕਿ ਫੰਡਾਮੈਂਟਲ ਰਾਈਟਸ ਜਦੋਂ ਵੀ ਆਪਣੇ ਵਾਇਲੇਟ ਹੁੰਦੇ ਹਨ ਜਾਂ ਉਹਨਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਾਂ ਫਿਰ ਉਹਨਾਂ ਨੂੰ ਖ਼ਤਮ ਕਰਨ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਸ ਟਾਈਮ ਆਪਾਂ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਇਹ ਆਪਾਂ ਨੂੰ ਕਿਹੜੇ ਆਰਟੀਕਲ ਦੇ ਤਹਿਤ ਦੱਸਿਆ ਗਿਆ ਕਿਹੜਾ ਆਰਟੀਕਲ ਆਪਾਂ ਨੂੰ ਇੰਨੀ ਪਾਵਰ ਦਿੰਦਾ। ਆਰਟੀਕਲ ਨੰਬਰ 32 ਸੀ ਆਪਸ਼ਨ ਅਤੇ ਆਰਟੀਕਲ ਨੰਬਰ 32 ਇਹਦਾ ਨਾਮ ਕੀ ਹੈ ਪਿੱਛੇ ਵੀ ਕੀਤਾ ਸੀਗਾ ਆਪਾਂ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼ ਠੀਕ ਹੈ ਜਿਹੜੇ ਕਿ ਸਾਰੇ ਜਿਹੜੇ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਸ਼ਨ ਦਿੰਦਾ ਠੀਕ ਹੈ ਜੀ ਅਤੇ ਉਹਨਾਂ ਦੀ ਪ੍ਰੋਟੈਕਸ਼ਨ ਨੂੰ ਇਨਵੋਲਵ ਕਰਦਾ ਹੈ। ਉਹ ਕਿਹੜਾ ਆਰਟੀਕਲ ਹੈ ਆਪਣਾ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼। ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਠੀਕ ਹੈ ਜੀ ਇਸ ਦੇ ਨਾਲ ਆਪਣਾ ਇਹ ਸੈਸ਼ਨ ਪੂਰਾ ਹੁੰਦਾ ਜੀ। ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ। ਆਪਣੇ ਐਗਜ਼ਾਮ ਡੇਜ਼ ਤੁਹਾਨੂੰ ਪਤਾ ਹੀ ਹੈ ਚੱਲ ਰਹੇ ਹਨ। ਆਪਣੀ ਤਿਆਰੀ ਨੂੰ ਹੋਰ ਵੱਡੇ ਪੱਧਰ ਤੱਕ ਲਿਜਾਣ ਲਈ ਕੀ ਕਰੀਏ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ। ਜਿਹੜੇ ਵੀ ਕੁਐਸਚਨ ਤੁਹਾਨੂੰ ਆਉਂਦੇ ਆ ਉਹ ਕਮੈਂਟ ਬਾਕਸ ਵਿੱਚ ਟਾਈਪ ਕਰ ਦਿਓ ਅਤੇ ਇਹਦੇ ਵੀਡੀਓ ਦੇ ਰਿਲੇਟਡ ਤੁਹਾਡੀ ਜੋ ਵੀ ਸੁਜੈਸ਼ਨ ਹੈ ਤੁਸੀਂ ਕਮੈਂਟ ਬਾਕਸ 'ਚ ਟਾਈਪ ਕਰ ਦਿਓ ਜੀ ਠੀਕ ਹੈ ਜੀ। ਬਾਕੀ ਨੈਕਸਟ ਟੋਪਿਕ ਕਿਹੜੇ ਨੈਕਸਟ ਟੋਪਿਕ 'ਤੇ ਵੀਡੀਓ ਲੈ ਕੇ ਆਉਣੀ ਹੈ ਉਹ ਤੁਸੀਂ ਕਮੈਂਟ ਬਾਕਸ 'ਚ ਦੱਸ ਦਿਓ ਠੀਕ ਹੈ ਜੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਛੇਤੀ ਤੋਂ ਛੇਤੀ ਜਿਹੜੀ ਵੀਡੀਓ ਹੈ ਉਹ ਲਿਆ ਸਕੀਏ ਅਤੇ ਆਪਣੇ ਜਿਹੜੇ ਰਿਮੇਨਿੰਗ ਟੋਪਿਕ ਹੈ ਉਹਨਾਂ ਨੂੰ ਵੀ ਕਵਰ ਕਰ ਸਕੀਏ ਠੀਕ ਹੈ ਜੀ। ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਜੀ। ਧੰਨਵਾਦ ਜੀ ਬਹੁਤ ਬਹੁਤ।